नंबर 2 गल लिखी है कि ਜਿਹੜਾ सोसाइटी ਦੇ ਵਿੱਚ ਇਸ ਗੱਲ ਦਾ बड़ा रोल है जी भी बड़े ਉਹਨੂੰ इनह्यूमन तरीके ਨਾਲ ਮਾਰਿਆ ਗਿਆ। ਅਸੀਂ ਸਾਰੇ ਵੀ ਉਹਦੇ पेन महसूस करते हैं, लेकिन ਅਸੀਂ कोशिश की भी ਇਹ ਜਿਹੜਾ एक्शन ਹੋਇਆ ਇਹ ਨਿਹੰਗਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ। ਉਹਨਾਂ ਦਾ ਕਹਿਣਾ ਇਹ ਸੀਗਾ ਵੀ ਅਸੀਂ ਜਿਹੜੇ ਗ੍ਰੰਥ ਹੈਗੇ ਨੇ ਇਹਨਾਂ ਨੂੰ ਅਸੀਂ ਆਪਣਾ ਪਿਓ ਮੰਨਦੇ ਹਾਂ, ਤੇ ਜੇ ਤੁਹਾਡੇ ਪਿਓ ਨੂੰ ਕੋਈ ਹੱਥ ਪਾਵੇ ਤੇ ਤੁਸੀਂ ਕਿਵੇਂ ਰਿਐਕਟ ਕਰੋਗੇ। ਸੋ ਅਸੀਂ ਇਹ ਕਿਹਾ ਕਿ ਤੁਹਾਨੂੰ ਜਿਹੜਾ ਹੈਗਾ ਇੱਕ ਨਿਹੰਗ ਦੇ ਸ਼ੂਜ਼ ਵਿੱਚ ਸਟੈਪ ਇਨ ਕਰਕੇ ਇਹ ਸਮਝਣਾ ਪਵੇਗਾ ਕਿ ਉਹਦੀ ਉਸ ਵੇਲੇ ਮਨੋਸਥਿਤੀ ਕੀ ਹੋਏਗੀ, ਤੇ ਉਹ ਜਿਹੜਾ ਰਿਐਕਸ਼ਨ ਹੈ ਉਸ ਤਰੀਕੇ ਨਾਲ ਐਪਰੀਸ਼ੀਏਟ ਕਰਨਾ ਪਏਗਾ, ਕਿਉਂਕਿ ਇੱਕ ਬੜੀ ਗ੍ਰੇਵ ਪ੍ਰੋਵੋਕੇਸ਼ਨ ਹੈ ਕਾਨੂੰਨ ਦੇ ਵਿੱਚ। ਗ੍ਰੇਵ ਪ੍ਰੋਵੋਕੇਸ਼ਨ, ਸਡਨ ਐਂਡ ਗ੍ਰੇਵ ਪ੍ਰੋਵੋਕੇਸ਼ਨ ਦਾ ਬੜਾ ਇੱਕ ਅਹਿਮੀਅਤ ਗਿਣੀ ਜਾਂਦੀ ਹੈ, ਕਿਉਂਕਿ ਜੇ ਸਪੋਜ਼ ਕੋਈ ਗ੍ਰੇਵ ਪ੍ਰੋਵੋਕੇਸ਼ਨ ਵਿੱਚ ਕਿਸੇ ਦੀ ਜਾਨ ਵੀ ਲੈ ਲੈਂਦਾ ਤਾਂ ਕਾਨੂੰਨ ਦੇ ਵਿੱਚ ਇਹੋ ਜਿਹਾ ਪ੍ਰਾਵਧਾਨ ਹੈਗਾ ਕਿ ਉਹਨੂੰ ਮਰਡਰ ਨਹੀਂ ਗਿਣਿਆ ਜਾਏਗਾ। ਤੇ ਇਸ ਕੇਸ ਵਿੱਚ ਸਿਰਫ ਉਹਦਾ ਹੱਥ ਕੱਟਿਆ ਗਿਆ ਤੇ ਪੈਰ ਕੱਟਿਆ ਗਿਆ, ਤੇ ਉਹ ਕਹਿੰਦੇ ਸਾਡਾ ਉਹਨੂੰ ਮਾਰਨ ਦਾ ਕੋਈ ਮੰਤਵ ਨਹੀਂ ਸੀਗਾ। ਅਸੀਂ ਉਹ ਹੱਥ ਵੱਢਣਾ ਚਾਹੁੰਦੇ ਸੀਗੇ ਜਿਸ ਹੱਥ ਨਾਲ ਉਹਨੇ ਗੁਰੂ ਗ੍ਰੰਥ ਸਾਹਿਬ ਜਾਂ ਉਹ ਆਪਣਾ ਜਿਹੜਾ ਗ੍ਰੰਥ ਚੁੱਕਿਆ, ਬੇਅਦਬੀ ਕੀਤੀ, ਤੇ ਜਿਸ ਪੈਰਾਂ ਨਾਲ ਉਹ ਚੱਲ ਕੇ ਗਿਆ, ਸਾਡਾ ਇਹ ਮੰਤਵ ਸੀਗਾ। ਬਾਕੀ ਅਸੀਂ ਇਹ ਸਮਝਦੇ ਹਾਂ ਵੀ ਜੇ ਟਾਈਮਲੀ ਮੈਡੀਕਲ ਕੇਅਰ ਉਹਨੂੰ ਦਿੱਤੀ ਜਾਂਦੀ, ਪੁਲਿਸ ਵਾਲੇ ਹੀ ਆਪਣੀ ਡਿਊਟੀ ਨਿਭਾਉਂਦੇ, ਉਹਨੂੰ ਹਸਪਤਾਲ ਲੈ ਜਾਂਦੇ ਤੇ ਉਹ ਬਚ ਸਕਦਾ ਸੀ। ਸੋ ਹੀ ਬਲੈਡ ਟੂ ਡੈਥ। ਐਂਡ ਇਹ ਅਸੀਂ ਜਿਹੜਾ ਹੈਗਾ ਪੈਰਾ ਨੰਬਰ 2 ਦੱਸਿਆ। ਪੈਰਾ ਨੰਬਰ 3 ਦੇ ਵਿੱਚ ਜਿਹੜਾ ਹੈਗਾ ਵੀ ਉਹਦੇ ਕੋਲੋਂ ਜਿਹੜੀ ਉਹਨਾਂ ਨੇ ਗੱਲਬਾਤ ਕਢਾਈ ਹੈ ਉਹ ਸਾਰੀ ਜਿਹੜੀ ਹੈਗੀ ਹੈ ਇੱਕ ਜਿਹੜਾ ਸਡਨ ਐਂਡ ਗ੍ਰੇਵ ਪ੍ਰੋਵੋਕੇਸ਼ਨ ਹੈ। ਪੈਰਾ ਨੰਬਰ 3 ਅਸੀਂ ਇਹ ਕਵਰ ਕੀਤਾ ਹੈ। ਪੈਰਾ ਨੰਬਰ 4 ਦੇ ਵਿੱਚ ਜਿਹੜਾ ਅਸੀਂ ਜਦੋਂ ਨਿਹੰਗਾਂ ਨੂੰ ਇੰਟਰਵਿਊ ਕੀਤਾ, ਉਹ ਕਹਿੰਦੇ ਵੀ 2015 ਤੋਂ ਬੇਅਦਬੀਆਂ ਹੋ ਰਹੀਆਂ ਨੇ, ਨਾ ਤਾਂ ਪੁਲਿਸ ਵਾਲੇ ਸਾਨੂੰ ਇਨਸਾਫ ਦਿੰਦੇ ਨੇ, ਨਾ ਅਦਾਲਤਾਂ ਸਾਨੂੰ ਇਨਸਾਫ ਦੇ ਰਹੀਆਂ। ਸਾਡਾ ਇਨਸਾਫ ਤੋਂ ਜਿਹੜਾ ਹੈਗਾ ਇਤਬਾਰ ਉੱਠ ਗਿਆ, ਤੇ ਇਸ ਕਰਕੇ ਸਾਨੂੰ ਇਹ ਬੰਦਾ ਟੰਗਣਾ ਪਿਆ ਲੋਕਾਂ ਨੂੰ ਦੱਸਣ ਲਈ ਵੀ ਜੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜਾ ਸਿਸਟਮ ਹੈ ਉਹ ਜੇ ਫੇਲ ਹੋ ਗਿਆ ਤੇ ਲੋਕ ਜਿਹੜੇ ਆਪ ਇਨਸਾਫ ਕਰਨਗੇ। ਤੇ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਸੀਗੇ, ਇਹ ਉਹਨਾਂ ਦੀ ਜਿਹੜੀ ਜ਼ੁਬਾਨੀ ਹੈਗੀ ਹੈ। ਫਿਰ ਜਿਹੜਾ ਹੈਗਾ ਕੌਂਸਪੀਰੇਸੀ ਦੀ ਮੈਂ ਗੱਲ ਤੁਹਾਡੇ ਨਾਲ ਕਰ ਲਈਏ। ਪੈਰਾ ਨੰਬਰ 5 ਵਿੱਚ ਇਹ ਹੈਗਾ ਕਿ 8 ਡੇਰੇ ਨੇ ਨਿਹੰਗਾਂ ਦੇ ਜਿਹੜੇ ਕਿ ਸਿਕਿਉਰਿਟੀ ਪ੍ਰੋਵਾਈਡ ਕਰਦੇ ਨੇ ਪੂਰੀ ਫਾਰਮਰ ਐਜੀਟੇਸ਼ਨ ਨੂੰ। ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਇੱਕ ਫਾਰਮਰਸ ਦੇ ਜਿਹੜੇ ਪੰਦੇਰ ਹੋਰਾਂ ਦੇ ਜਿੱਥੇ ਉਹਨਾਂ ਦਾ ਡੇਰਾ ਹੈਗਾ, ਫਾਰਮਰਸ ਦੇ ਤੰਬੂਆਂ ਨੂੰ ਅੱਗ ਲਾ ਦਿੱਤੀ ਗਈ ਸੀ। ਬੀਜੇਪੀ ਦੇ ਗੁੰਡੇ ਲੋਕਲ ਗੁੰਡਿਆਂ ਨੂੰ ਨਾਲ ਲੈ ਕੇ ਜਾ ਕੇ ਆਏ ਤੇ ਉਹਨਾਂ ਨੇ ਅੱਗ ਲਾਤੀ। ਫਿਰ ਪਥਰਾਵ ਹੋਇਆ, ਆਪਸ ਵਿੱਚ ਟਕਰਾਵ ਹੋਇਆ, ਤੇ 2-3 ਵਾਰੀ ਇਹ ਕੰਮ ਹੋ ਚੁੱਕਾ। ਤੇ ਨਿਹੰਗ ਸਿੰਘ ਕਹਿੰਦੇ ਨੇ ਵੀ ਸਾਨੂੰ ਇਹ ਲੱਗਦਾ, ਤੇ ਲੋਕਾਂ ਦੀ ਵੀ ਜਿਹੜੀ ਅਸੀਂ ਇੰਟਰਵਿਊ ਕੀਤੀ ਉਹ ਕਹਿੰਦੇ ਵੀ ਸਾਨੂੰ ਇਹ ਲੱਗਦਾ ਹੈ ਵੀ ਫਾਰਮਰਸ ਨੂੰ ਇੱਥੇ ਚੁਕਵਾਉਣ ਵਾਸਤੇ ਜਿਹੜਾ ਹੈਗਾ ਨਿਹੰਗ ਸਿੰਘਾਂ ਨੂੰ ਜਿਹੜਾ ਹੈਗਾ ਇਹ ਬੰਦਾ ਭੇਜਿਆ। ਤੇ ਇੱਕ ਕੌਂਸਪੀਰੇਸੀ ਹੈਗੀ ਵੀ ਉਹਨਾਂ ਨੂੰ ਪਤਾ ਸੀ ਵੀ ਨਿਹੰਗ ਜਿਹੜੇ ਨੇ ਇਸ ਤਰ੍ਹਾਂ ਰਿਐਕਟ ਕਰਨਗੇ। ਇੱਕ ਆਮ ਬੰਦਾ ਤਾਂ ਇਸ ਤਰ੍ਹਾਂ ਰਿਐਕਟ ਨਹੀਂ ਕਰਦਾ, ਪਰ ਇੱਕ ਮਿਲੀਟੈਂਟ ਆਦਮੀ ਜਿਹੜੀ ਡੀਪ ਰੈਵਰੈਂਸ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ। ਹੁਣ ਸਾਡੇ ਸਾਹਮਣੇ ਜੇ ਬੇਅਦਬੀ ਹੋਵੇ ਸ਼ਾਇਦ ਅਸੀਂ ਕਿਸੇ ਹੋਰ ਤਰੀਕੇ ਨਾਲ ਰਿਐਕਟ ਕਰੀਏ, ਆਮ ਬੰਦਾ ਰਿਐਕਟ, ਪਰ ਇੱਕ ਨਿਹੰਗ ਸਿੰਘ ਦਾ ਜਿਹੜਿਆਂ ਨੇ ਕੌਂਸਪੀਰੇਸੀ ਕੀਤੀ ਉਹਨਾਂ ਨੂੰ ਵੀ ਪਤਾ ਸੀ ਵੀ ਨਿਹੰਗਾਂ ਨੇ ਇਸ ਤਰ੍ਹਾਂ ਹੀ ਰਿਐਕਟ ਕਰਨਾ, ਤੇ ਉਸ ਤਰੀਕੇ ਨਾਲ ਉਹਨਾਂ ਨੇ ਰਿਐਕਟ ਕੀਤਾ। ਸੋ ਬੰਦਾ ਪਲਾਂਟ ਕੀਤਾ ਗਿਆ। ਉਸ ਪਲਾਂਟ ਕਰਨ ਤੋਂ ਬਾਅਦ ਉਹ ਤੋਂ ਬੇਅਦਬੀ ਕਰਾਈ ਗਈ। ਬਾਕੀ ਉਹਨਾਂ ਨੂੰ ਪਤਾ ਸੀ ਵੀ ਨਿਹੰਗਾਂ ਨੇ ਕਰਨਾ ਤਾਂ ਇਹੀ ਹੈ। ਇਹ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ। ਸੋ ਜਿਹੜੀ ਸਾਰੀ ਤਰੀਕਾ ਜਿਸ ਤਰੀਕੇ ਨਾਲ ਪਲਾਨ ਲੇਆਊਟ ਕੀਤਾ ਗਿਆ ਉਹ ਸਾਰਾ ਇਹ ਕੀਤਾ ਗਿਆ ਵੀ ਨਿਹੰਗ ਕਿਸੇ ਨਾ ਕਿਸੇ ਤਰੀਕੇ ਕੰਟਰੋਵਰਸੀ 'ਚ ਆਉਣ, ਇੱਥੋਂ ਨਿਕਲਣ, ਤੇ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਹੋ ਰਹੀ ਹੈ ਫਾਰਮਰ ਐਜੀਟੇਸ਼ਨ ਨੂੰ ਖਤਮ ਹੋਵੇ, ਤੇ ਇਹਨਾਂ ਨੂੰ ਇੱਥੇ ਚੱਕ ਕੇ ਦਰੜ ਕੇ ਆਪਾਂ ਭਜਾ ਦਈਏ। ਇੱਕ ਬੜੀ ਅਜੀਬ ਗੱਲ ਸਾਹਮਣੇ ਆਈ ਹੈ ਕਿ ਜਦੋਂ ਲਖਬੀਰ ਸਿੰਘ ਦੀ ਜਾਤ ਬਾਰੇ ਪਤਾ ਚੱਲਿਆ ਤੇ ਸ਼ਡਿਊਲ ਕਾਸਟ ਕਮਿਸ਼ਨ ਨੇ ਵੀ ਕਹਿਤਾ ਦੇਖੋ ਜੀ ਇੱਕ ਸ਼ਡਿਊਲ ਕਾਸਟ ਨਾਲ ਧੱਕਾ ਹੋਇਆ। ਮਾਇਆਵਤੀ ਦਾ ਬਿਆਨ ਵੀ ਆ ਗਿਆ, ਹੋਰ ਸ਼ਡਿਊਲ ਕਾਸਟ ਲੀਡਰਾਂ ਨੇ ਆਪਣੀ ਰੋਟੀ ਸੇਕਣੀ ਸ਼ੁਰੂ ਕਰਤੀ ਹੈ। ਸਾਡੀ ਇਨਵੈਸਟੀਗੇਸ਼ਨ ਤੋਂ ਇਹ ਪਤਾ ਚੱਲਿਆ ਵੀ ਜਿਹੜੇ ਮੁਜਰਮ ਹੈ ਉਹ ਵੀ ਪਹਿਲੇ ਸ਼ਡਿਊਲ ਕਾਸਟ ਨੂੰ ਹੀ ਬਿਲੋਂਗ ਕਰਦੇ ਸੀ।
ਪਰ ਜਦੋਂ ਬੰਦਾ ਅੰਮ੍ਰਿਤ ਛਕ ਲੈਂਦਾ ਉਹ ਜਾਤ ਆਪਣੀ ਛੱਡ ਦਿੰਦਾ ਖਾਲਸਾ ਪੰਥੇ 'ਚ ਆ ਕੇ। ਸੋ ਚਾਰੋਂ ਵੀ ਸ਼ਡਿਊਲ ਕਾਸਟ ਨੂੰ ਹੀ ਬਿਲੋਂਗ ਕਰਦੇ ਨੇ, ਤਾਂ ਸ਼ਡਿਊਲ ਕਾਸਟ ਐਕਟ ਇਹਦੇ 'ਚ ਲੱਗੇਗਾ ਹੀ ਨਹੀਂ। ਸੋ ਇਹ ਸਾਰਾ ਜਿਹੜਾ ਰੌਲਾ, ਜਿਹੜੀਆਂ ਦਲਿਤ ਜਥੇਬੰਦੀਆਂ ਹੈਗੀਆਂ ਜਿਹੜੀ ਆਪਣੀ ਰੋਟੀਆਂ ਸੇਕਣਾ ਚਾਹੁੰਦੀਆਂ, ਉਹਨਾਂ ਨੂੰ ਵੀ ਅਸੀਂ ਅਗਾਹ ਕਰਦੇ ਹਾਂ ਵੀ ਇਹੋ ਜਿਹੇ ਡਰਾਮੇ ਕਰਨੇ ਬੰਦ ਕਰ ਦਿਓ। ਹਰਿਆਣਾ ਸਰਕਾਰ ਨੂੰ ਵੀ ਅਸੀਂ ਰਿਕਮੈਂਡ ਕੀਤਾ ਹੈ ਵੀ ਸ਼ਡਿਊਲ ਕਾਸਟ ਐਕਟ ਇਹਦੇ 'ਚ ਬੰਦਾ ਨਹੀਂ ਹੈ ਤੇ ਉਹਨੂੰ ਵਿਡਰਾਅ ਕੀਤਾ ਜਾਵੇ। ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਖੁਦ ਜਿਹੜਾ ਹੈਗਾ ਬੜਾ ਦਰਦ ਮਹਿਸੂਸ ਕਰਦੇ ਹਾਂ ਵੀ ਲਖਬੀਰ ਸਿੰਘ ਦੀ ਜਾਨ ਗਈ। ਉਹਦਾ ਜਿਹੜਾ ਪਰਿਵਾਰ ਪਿੱਛੋਂ ਰਹਿ ਗਿਆ, ਉਹਦੀ ਵੋਟੀ ਤੇ ਉਹਦੇ 3 ਬੇਟੀਆਂ, ਅਸੀਂ ਇਹ ਰਿਕਮੈਂਡ ਕੀਤਾ ਹੈ ਵੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਉਹਨਾਂ ਬੱਚੀਆਂ ਨੂੰ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ। ਭਾਵੇਂ ਲਖਬੀਰ ਸਿੰਘ ਉਹਨਾਂ ਨੂੰ 5 ਸਾਲ ਤੋਂ ਅਬੈਂਡਨ ਕਰੀ ਬੈਠਾ ਸੀ, ਉਹ ਪਰਵਾਹ ਨਹੀਂ ਸੀ ਕਰ ਰਿਹਾ, ਪਰ ਅਸੀਂ ਇਹ ਸਮਝਦੇ ਵੀ ਮਾਨਵਤਾਰ ਦੇ ਤੌਰ ਤੇ ਕਮਿਊਨਿਟੀ ਨੂੰ, ਸਰਕਾਰ ਨੂੰ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਪਰ ਨਿਹੰਗਾਂ ਨੂੰ ਵੀ ਜਿਹੜਾ ਰਾਈਟ ਟੂ ਡਿਫੈਂਸ ਹੋਣਾ ਚਾਹੀਦਾ, ਕਿਉਂਕਿ ਕਿਸੇ ਨੂੰ ਵੀ ਤੁਸੀਂ ਬਿਨਾਂ ਸੁਣਵਾਈ ਕੀਤੇ ਉਹਨੂੰ ਕੰਡੈਮ ਕਰਨਾ ਕਾਨੂੰਨ ਦੇ ਦਾਇਰੇ 'ਚ ਨਹੀਂ ਹੈ। ਤਾਂ ਉਹਨਾਂ ਨੂੰ ਵੀ ਲੀਗਲ ਏਡ ਬੰਦੀ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਇਹ ਸਾਡੀ ਰਿਪੋਰਟ ਹੈ, ਅਸੀਂ ਡਿਟੇਲ ਕਾਪੀ ਤੁਹਾਨੂੰ ਦੇ ਦਿੱਤੀ ਹੈ। ਹੁਣ ਤੁਹਾਡੇ ਕੋਈ ਸਵਾਲ ਹੋਣ ਤੇ ਅਸੀਂ ਫੋਰਮ ਦੇ ਵਿੱਚ ਹੈਗੀ ਹੈ, ਫਿਰ ਉਹ ਭਾਵੇਂ ਵੱਖ-ਵੱਖ ਚੈਨਲਸ ਦੇ ਇੰਟਰਵਿਊਜ਼ ਹੋਣ ਜਾਂ ਫਿਰ ਉਹ ਮੀਡੀਆ ਰਿਪੋਰਟਸ ਹੋਣ, ਆਲਰੇਡੀ ਫਾਈਂਡਿੰਗਸ ਦੇ ਵਿੱਚ ਸੀਗੀਆਂ। ਜਿਹੜੀ ਨਵੀਂ ਚੀਜ਼ ਲੋਕ ਜਾਣਨਾ ਚਾਹੁੰਦੇ ਸੀ ਉਹ ਇਹ ਸੀਗੀ ਕਿ ਜਿਹੜੀ ਤਸਵੀਰਾਂ ਵਾਇਰਲ ਹੋਈਆਂ, ਜੋ ਬਾਬਾ ਅਮਨ ਸਿੰਘ ਉਹਨਾਂ ਦੀ ਨਰਿੰਦਰ ਤੋਮਰ ਉਹਨਾਂ ਨਾਲ ਮੁਲਾਕਾਤ ਹੋਈ, ਜੋ ਗੁਰਮੀਤ ਪਿੰਕੀ ਉਹਨਾਂ ਦਾ ਉੱਥੇ ਰੋਲ ਰਹਿੰਦਾ, ਕਿਉਂਕਿ ਜਿਹੜੀ ਲਖਬੀਰ ਦੀ ਭੈਣ ਆ ਉਹ ਵੀ ਗੱਲ ਕਹਿੰਦੀ ਹੈ ਕਿ ਸੰਧੂ ਫੋਨ ਕਰਦਾ ਸੀਗਾ, ਔਰ ਸੰਧੂ ਕਿਤੇ ਨਾ ਕਿਤੇ ਇਹ ਵੀ ਹੁਣ ਚੱਲ ਰਹੀ ਹੈ ਗੱਲ ਕਿ ਜਿਹੜਾ ਗੁਰਮੀਤ ਪਿੰਕੀ ਆ ਉਸਦਾ ਸਰਨੇਮ ਵੀ ਸੰਧੂ ਹੈਗਾ। ਤਾਂ ਇਸ ਦੇ ਉੱਤੇ ਤੁਹਾਡੇ ਵੱਲੋਂ ਕੋਈ ਇਨਵੈਸਟੀਗੇਸ਼ਨ ਕੀਤੀ ਗਈ, ਇਹ ਗੱਲ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਬਾਬਾ ਅਮਨ ਸਿੰਘ ਉਹਨਾਂ ਨੂੰ ਕਿ ਤੁਸੀਂ ਨਰਿੰਦਰ ਤੋਮਰ ਉਹਨਾਂ ਨਾਲ ਜਾ ਕੇ ਮੁਲਾਕਾਤ ਕਿਉਂ ਕੀਤੀ, ਕੌਣ ਤੁਹਾਨੂੰ ਲੈ ਕੇ ਗਿਆ ਸੀਗਾ? ਕਿਉਂਕਿ ਇਹ ਵੀ ਜਿਹੜੀ ਉਹਨਾਂ ਦੀ ਸਟੇਟਮੈਂਟਸ ਆ ਰਹੀਆਂ ਇਹ ਵੀ ਵੱਖ-ਵੱਖ ਆ ਰਹੀਆਂ। ਉਹ ਕਹਿ ਰਹੇ ਸੀ ਜੁਲਾਈ ਦੇ ਵਿੱਚ ਹੋਈ ਹੈ, ਪਿੰਕੀ ਕਹਿ ਰਿਹਾ ਅਗਸਤ ਦੇ ਵਿੱਚ ਹੋਈ ਹੈ, ਫਿਰ ਪਿੰਕੀ ਕਹਿ ਰਿਹਾ ਕਿ ਅਸੀਂ ਜਦੋਂ ਸੰਗਰੂਰ ਤੋਂ ਜਾ ਰਹੇ ਸੀ ਸਾਨੂੰ ਅਮਨ ਉੱਥੇ ਮਿਲ ਗਿਆ, ਮੈਂ ਅਮਨ ਦੇ ਨਾਲ ਕੀ ਕਹਿੰਦੇ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਸੀ, ਬਾਬਾ ਅਮਨ ਵੀ ਕਹਿ ਰਹੇ ਜੇਲ੍ਹ 'ਚ ਮਿਲਦੇ ਸੀ। ਔਰ ਅੱਜ ਦੀ ਜਿਹੜੀ ਟ੍ਰਿਬਿਊਨ ਦੀ ਰਿਪੋਰਟ ਹੈ ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਕਦੀ ਆਪਸ ਦੇ ਵਿੱਚ ਜੇਲ੍ਹ 'ਚ ਇਕੱਠੇ ਹੀ ਨਹੀਂ ਹੋਏ ਸੀ। ਮੇਨ ਫਾਈਂਡਿੰਗ ਇਹ ਸੀਗੀਆਂ ਜਿਹੜੀਆਂ ਤੁਹਾਡੀਆਂ ਹੈਗੀਆਂ, ਇਹ ਹੁਣ ਤੱਕ ਮੈਨੂੰ ਲੱਗਦਾ ਪਬਲਿਕ ਫੋਰਮ ਦੇ ਵਿੱਚ ਆਲਰੇਡੀ ਹੈਗੀਆਂ ਸੀਗੀਆਂ। ਦੇਖੋ, ਜੇ ਤੁਹਾਨੂੰ ਲੱਗਦਾ ਹੈ ਕਿ ਸਭ ਕੁਝ ਹੈਗਾ ਤੇ ਤੁਸੀਂ ਨਾ ਰਿਪੋਰਟ ਕਰਨਾ। ਸਾਡਾ ਅਮਨ ਦਾ ਮਸਲਾ ਕੋਈ ਨਹੀਂ ਹੈ। ਗੁਰਮੀਤ ਸਿੰਘ ਪਿੰਕੀ ਨਾਲ ਉਹ ਕਿਉਂ ਉਹਦੀ ਫੋਟੋ ਆਈ ਅੱਜ ਦਾ ਮਸਲਾ ਨਹੀਂ ਹੈ। ਜਿਸ ਇਸ਼ੂ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਤੁਹਾਨੂੰ ਲੱਗਦਾ ਹੈ ਵੀ ਵਰਥ ਰਿਪੋਰਟਿੰਗ ਹੈ, ਰਿਪੋਰਟ ਕਰ ਦੇਣਾ। ਸਾਡਾ ਉਹ ਮਸਲਾ ਨਹੀਂ ਹੈ। ਜਿੱਦਣ ਕਹੋਗੇ ਫਿਰ ਬਹਿ ਜਾਾਂਗੇ ਤੁਹਾਡੇ ਨਾਲ। ਸਾਡੇ ਕੋਲ ਸਾਰੀ ਇਨਫੋਰਮੇਸ਼ਨ ਹੈ, ਅੱਜ ਦਾ ਇਸ਼ੂ ਨਹੀਂ ਹੈਗਾ। ਹਾਂਜੀ 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 ਜਿਹੜਾ ਇਹ ਇਨਸੀਡੈਂਟ ਹੋਇਆ ਤੁਸੀਂ ਨੂੰ ਕਤਲ ਮੰਨਦੇ ਹੋ ਜਾਂ ਇੱਕ ਰਿਐਕਸ਼ਨ ਮੰਨਦੇ ਜੋ ਵੀ ਮੰਨਦੇ ਹੋ? ਹਾਂਜੀ ਹਾਂਜੀ ਇਹ ਹੈ ਤੁਸੀਂ ਕਿਹਾ ਕਿ ਨਿਹੰਗਾਂ ਦੇ ਇੱਕ ਉਹਨਾਂ ਦਾ ਇੱਕ ਬਾਣਾ ਜਾਂ ਉਹਨਾਂ ਦਾ ਇੱਕ ਕਲਚਰ ਹੈਗਾ, ਮਾਈਂਡ ਸੈਟ ਦੇਖਣਾ ਪਏਗਾ ਉਹਨਾਂ ਦਾ। ਹਾਂ, ਲੇਕਿਨ ਜਦੋਂ ਪਟਿਆਲਾ ਵਿੱਚ ਪੁਲਿਸ ਦਾ ਹਰਜੀਤ ਦਾ ਹੱਥ ਕੱਟਿਆ ਸੀਗਾ, ਹਾਂਜੀ, ਜਦੋਂ ਉਹਦੇ ਵਿੱਚ ਰੋਕਣ ਵਾਸਤੇ, ਤੁਹਾਨੂੰ ਕੀ ਲੱਗਦਾ ਕਿ ਸਿਰਫ ਇਹ ਕਹਿਣਾ ਕਿ ਸਿਰਫ ਨਿਹੰਗਾਂ ਦਾ ਇੱਕ ਮਾਈਂਡ ਸੈਟ ਕਰਕੇ ਡਿਫਰੈਂਟ ਦੋ ਅਕਰੈਂਸ ਹੋਏ, ਉਹ ਤੁਹਾਡਾ ਉਹਦੇ ਵਿੱਚ ਕੀ ਕਹਿਣਾ? ਨਹੀਂ, ਜਿਹੜਾ ਪੁਲਿਸ ਵਾਲੇ ਦਾ ਹੱਥ ਕੱਟਿਆ ਗਿਆ ਸੀਗਾ ਉਹ ਤਾਂ ਕਿਸੇ ਨੇ ਵੀ ਐਪਰੀਸ਼ੀਏਟ ਨਹੀਂ ਕੀਤਾ, ਹੈ ਨਾ। ਇਹਨਾਂ ਦਾ ਜਿਹੜਾ ਬਰੂਟਲ ਤਰੀਕੇ ਨਾਲ ਇਹਨਾਂ ਨੇ ਇੱਕ ਬੰਦੇ ਦੀ ਜਾਨ ਗਈ, ਉਹਦੇ ਨਾਲ ਸਾਰੇ ਹੀ ਆਪਾਂ ਸ਼ੇਕਨ ਹੈਗੇ ਹਾਂ। ਲੇਕਿਨ ਕਾਨੂੰਨ ਦੇ ਦਾਇਰੇ ਵਿੱਚ ਜਿਹੜੀ ਗੱਲ ਹੈਗੀ ਹੈ ਕਿ ਜਦੋਂ ਕਿਸੇ ਨੂੰ ਗ੍ਰੇਵ ਪ੍ਰੋਵੋਕੇਸ਼ਨ ਹੋਵੇ ਤੇ ਉਹ ਐਕਟ ਕਰਦਾ ਹੈ ਕਿ ਉਹ ਮਰਡਰ ਦੇ ਵਿੱਚ ਆਏਗਾ ਵੀ ਨਹੀਂ। ਕਿ ਇਹ ਅਸੀਂ ਕਾਨੂੰਨੀ ਐਂਗਲ ਨਾਲ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਦਾ ਇਹ ਕਹਿਣਾ ਹੈ ਵੀ ਸਾਨੂੰ ਗ੍ਰੇਵ ਪ੍ਰੋਵੋਕੇਸ਼ਨ ਸੀ, ਐਟ ਹੀਟ ਆਫ ਦਾ ਮੂਵਮੈਂਟ ਵੀ ਰਿਐਕਟਡ ਐਂਡ it would not fall within the definition of murder. That is our finding. Being lawyers, ਅਸੀਂ in so many words ਦਾ ਕਹਿਤਾ ਹੈ ਕਿ ਇੱਕ ਬੰਦੇ ਨੂੰ ਸਪੋਜ਼ ਤੁਸੀਂ ਉਹਦਾ ਹੱਥ ਪੈਰ ਵੜਤਾ, ਉਹਨੂੰ ਟੰਗਿਆ, ਪੁਲਿਸ ਵਾਲੇ ਕੋਲ ਖੜੇ ਨੇ, ਜੇ ਉਹਨੂੰ ਟਾਈਮਲੀ ਮੈਡੀਕਲ, ਕਿਉਂਕਿ ਮੌਤ ਦੇ ਕਾਰਨ ਹੁੰਦੇ ਨੇ। ਹੁਣ ਸਪੋਜ਼ ਤੁਸੀਂ ਕਿਸੇ ਸਿਰ 'ਚ ਡਾਂਗ ਮਾਰ ਦਿਓ, ਉਹ ਬੰਦਾ ਮਰ ਜਾਂਦਾ, ਠੀਕ ਹੈ, ਉਹ ਮਰਡਰ 'ਚ ਨਹੀਂ ਆਉਂਦਾ ਜੇ ਤੁਸੀਂ ਸੈਕਿੰਡ ਬਲੋ ਉਹਦੇ ਨਹੀਂ ਮਾਰਦੇ। ਪਰ ਜੇ ਹੁਣ ਸੀ ਹੱਥ ਉਹਦਾ ਕੱਟਿਆ, ਉਹ ਕੱਟਿਆ ਬਲੀਡਿੰਗ ਦੇ ਨਾਲ ਉਹਦੀ ਡੈਥ ਹੋਈ ਹੈ, ਤੇ ਆਰਗੂਏਬਲ ਪੁਆਇੰਟਸ ਹੈਗੇ ਨੇ ਵੈਦਰ ਇਟਸ ਮਰਡਰ ਨੋਟ। ਉਹਨਾਂ ਦੀ ਇੰਟੈਂਸ਼ਨ ਇਹੀ ਸੀ, ਉਹਨਾਂ ਨੇ ਜੋ ਕਿਹਾ, ਉਹ ਕਹਿੰਦੇ ਵੀ ਅਸੀਂ ਉਹਨੂੰ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸੀਗੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਜੇ ਕੋਈ ਹੱਥ ਲਾਏਗਾ,
ਬੇਅਦਬੀ ਕਰੇਗਾ, ਸਾਡਾ ਇਨਸਾਫ ਵਿੱਚ ਵਿਸ਼ਵਾਸ ਨਹੀਂ ਰਿਹਾ, ਤੇ ਅਸੀਂ ਜਿਹੜਾ ਇਸ ਤਰ੍ਹਾਂ ਹੀ ਉਹਨੂੰ ਸਜ਼ਾ ਦੇਵਾਂਗੇ। ਅਸੀਂ ਜਸਟੀਫਾਈ ਨਹੀਂ ਕਰ ਰਹੇ, ਬਟ ਜੋ ਉਹਨਾਂ ਨੇ ਗੱਲ ਕਹੀ ਮੈਂ ਤੁਹਾਨੂੰ ਦੱਸ ਰਿਹਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ ਜਿੱਥੇ, ਉੱਥੇ ਕਿਆ ਮਤਲਬ ਉੱਥੇ ਕੋਈ ਸਿਕਿਉਰਿਟੀ ਕੋ ਸੁਣਦਾ ਜਿਹਦਾ ਨਾਲ ਬੰਦਾ ਹੁੰਦਾ ਕਿ ਬੈਠੇ ਹੈ, ਉੱਥੇ ਇਹ ਵੀ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ ਕਿ ਉੱਥੇ ਉਸ ਟਾਈਮ ਕੌਣ ਸੀਗਾ ਜਾਂ ਨਹੀਂ ਸੀਗਾ? ਹਾਂਜੀ, ਇਹ ਉਹਦੇ ਦੱਸਿਆ ਸੀ, ਜਿਹੜਾ ਬੰਦਾ ਡਿਊਟੀ ਤੇ ਸੀਗਾ ਉਹ ਕਹਿੰਦਾ ਮੈਂ ਨਾਨ ਗਿਆ, ਹੈਨਾ, ਤੇ ਉਹਨੇ ਸੋਚਿਆ ਵੀ ਇਹ ਬੰਦਾ ਹੈਗਾ ਬੈਠਾ, ਉਹ ਬੰਦੇ ਨੇ ਹੀ ਡੈਸਕ੍ਰਿਪਸ਼ਨ ਕੀਤੀ। ਇਹ ਵੀ ਇੱਕ ਵੱਖਰਾ ਮਸਲਾ ਹੈ ਵੀ 24 ਘੰਟੇ ਪਹਿਰਾ ਹੋਣਾ ਚਾਹੀਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਹੋਣ, ਜਿੱਥੇ ਹੋਲੀ ਬੁੱਕ ਹੋਵੇ। ਮੇਰਾ ਪਰਸਨਲ ਇਸ਼ੂ ਹੈ। ਮੈਂ ਬੀਇੰਗ ਅ ਸਿੱਖ, ਮੈਂ ਉਹਨਾਂ ਲੋਕਾਂ ਦੀ ਕੁਤਾਹੀ ਸਮਝਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ 24 ਘੰਟੇ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੇ, ਹਾਜ਼ਰੀ ਨਹੀਂ ਦੇ ਸਕਦੇ। ਉਹਨਾਂ ਕੋਲ ਕੋਈ ਹੱਕ ਨਹੀਂ ਹੈ ਵੀ ਉਹ ਹੋਲੀ ਬੁੱਕਸ ਨਾ ਰੱਖਣ, ਠੀਕ ਹੈ ਨਾ। ਅੱਜ ਉਹਨਾਂ ਨੂੰ ਸਹੀ ਠਹਿਰਾਇਆ ਜਾਂਦਾ ਹੈ, ਇਟ ਮੀਨਸ ਕੱਲ ਦੇ ਦਿਨ ਹਰ ਕੋਈ ਕਹਿ ਸਕਦਾ ਹੈ ਮੇਰੀਆਂ ਧਾਰਮਿਕ ਭਾਵਨਾਵਾਂ ਹਰਟ ਹੋਈਆਂ ਤੇ ਇਸ ਲਈ ਮੈਂ ਇਹ ਰਿਐਕਟ ਕੀਤਾ। ਨਹੀਂ, ਅਸੀਂ ਉਹਦੇ ਵਿੱਚ ਕਿਹਾ ਵੀ ਆਰ ਐਟ ਪੇਨ, ਠੀਕ ਹੈ। ਅਸੀਂ ਉਹਦੀ ਪਰਿਵਾਰ ਨੂੰ ਕੰਪਨਸੇਸ਼ਨ ਦੀ ਵੀ ਗੱਲ ਕੀਤੀ ਹੈ। ਅਸੀਂ ਬਿਲਕੁਲ ਨਹੀਂ ਠਹਿਰਾ ਰਹੇ, ਪਰ ਅਸੀਂ ਇਹ ਕਹਿ ਰਹੇ ਹਾਂ ਵੀ ਨਿਹੰਗ ਕਹਿੰਦੇ ਨੇ ਵੀ ਅਸੀਂ ਇਸ ਕਰਕੇ ਐਕਸ਼ਨ ਕੀਤਾ। ਅਸੀਂ ਬਿਲਕੁਲ ਨਹੀਂ ਕਿਹਾ ਵੀ ਉਹਨਾਂ ਨੇ ਠੀਕ ਐਕਸ਼ਨ ਕੀਤਾ। ਅਸੀਂ ਇਹ ਨਹੀਂ ਕਿਹਾ ਜੀ ਅਸੀਂ ਉਹਨਾਂ ਨੂੰ ਜਾ ਕੇ ਕੇਸ ਲੜਾਂਗੇ, ਬਰੀ ਕਰਾਵਾਂਗੇ। ਅਸੀਂ ਉਹਨਾਂ ਇਸ਼ੂ ਤੇ ਬਿਲਕੁਲ ਨਹੀਂ ਹੈਗੇ। ਅਸੀਂ ਹਿਊਮਨ ਰਾਈਟਸ ਐਂਗਲ ਤੇ ਹੀ ਰਹੇ ਹਾਂ। ਅਸੀਂ ਜਦੋਂ ਰਿਪੋਰਟ ਕਰਨ ਗਏ ਸੀਗੇ ਤਾਂ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਸੀ ਵੀ ਅਸੀਂ ਲਾਇਰ ਫॉर ਹਿਊਮਨ ਰਾਈਟ ਵੱਲੋਂ ਜਾ ਰਹੇ ਹਾਂ। ਸਾਡੇ ਮਨ 'ਚ ਕੁਝ ਹੋਰ ਸੀਗਾ। ਅਸੀਂ ਗਏ ਐਜ਼ ਅ ਸਿੱਖ ਹੀ ਗਏ ਸੀ, ਅਸੀਂ 5 ਸਿੱਖ ਗਏ ਸੀ ਅੰਡਰਸਟੈਂਡ ਕਰਨ ਲਈ ਵੀ ਉਹਨਾਂ ਦਾ ਮਾਈਂਡ ਸੈਟ ਕੀ ਹੈ। ਬਟ ਅਲਟੀਮੇਟਲੀ ਵੀ ਫਾਊਂਡ ਦੈਟ ਇਟਸ ਅ ਹਿਊਮਨ ਰਾਈਟ ਇਸ਼ੂ ਐਂਡ ਵੀ ਅਲਟੀਮੇਟਲੀ ਫਾਊਂਡ ਦੈਟ ਦ ਰਿਪੋਰਟ ਇਜ਼ ਵਰਦੀ ਫॉर ਅ ਹਿਊਮਨ ਰਾਈਟਸ ਐਂਗਲ। ਕਿਸਾਨ ਜਥੇਬੰਦੀਆਂ ਜਿਹੜੀਆਂ ਆਮ ਤੌਰ ਤੇ ਕਹਿੰਦੀਆਂ 8 ਵਜੇ ਤੋਂ ਬਾਅਦ ਦੁਪਹਿਰਾ ਸ਼ੁਰੂ ਹੋ ਜਾਂਦਾ, ਉਹਦੇ ਟੀਮਾਂ ਲੱਗੀਆਂ ਹੋਈਆਂ ਨੇ, ਮੀਡੀਆ ਵੀ even ਅੰਦਰ ਨਹੀਂ ਜਾ ਸਕਦਾ ਕਿਸਾਨ ਅੰਦੋਲਨ ਵਿੱਚ। ਪਰ ਤੁਸੀਂ ਰਾਜੇਵਾਲ ਸਾਹਿਬ ਨੂੰ ਸਵਾਲ ਕੀਤਾ ਕਿ ਉਸ ਟਾਈਮ ਉਹਨਾਂ ਦੀ ਟੀਮਾਂ ਕਿੱਥੇ ਸੀਗੀਆਂ? ਸਰ ਮੇਰਾ ਕੋਈ ਤਲਕ ਨਹੀਂ ਉਹਨਾਂ ਨਾਲ, ਕਿਸਾਨ ਨਾ ਮੈਂ ਉਹਨਾਂ ਨੂੰ ਸਵਾਲ ਕਰਨ ਲਈ ਅੱਜ ਪ੍ਰੈਸ ਕਾਨਫਰੰਸ ਬੁਲਾਈ। ਤੁਸੀਂ ਸਵਾਲ ਕਰ ਸਕਦੇ ਹੋ ਉਹਨਾਂ ਨੂੰ, ਮੈਂ ਨਹੀਂ ਕਰ ਸਕਦਾ। ਪਰ ਇੱਕ ਪੱਖ ਉਹਨਾਂ ਦਾ ਵੀ ਤਾਂ ਲੈਣਾ ਬਣਦਾ ਨਾ ਕਿ ਉਹਨਾਂ ਦੀਆਂ ਟੀਮਾਂ ਕਿੱਥੇ ਗਈਆਂ ਸੀਗੀਆਂ, ਜੇਕਰ ਜਥੇਬੰਦੀ ਪਰ ਇੱਥੇ ਸਾਬਿਤ ਕਿੱਥੇ ਹੋਇਆ ਕਿ ਉਹਨਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਉਹਨੇ ਕੀਤੀ ਸੀ ਬੇਅਦਬੀ? ਔਰ ਅਗਲਾ ਸਵਾਲ ਇਹ ਹੈ ਕਿ ਜੇਕਰ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਚੁੱਕ ਲਿਆ ਸੀ ਉੱਥੋਂ, ਤਾਂ ਉੱਥੇ ਸਰਬ ਲੋਕ ਚੁੱਕ ਲਿਆ ਸੀ ਉਹਨੇ, ਉਹ ਉੱਥੇ ਕਿਉਂ ਬੈਠਾ ਰਿਹਾ? ਫਾਈਟ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਿਤੇ ਭੱਜ ਕਿਉਂ ਨਹੀਂ ਗਿਆ? ਨਹੀਂ, ਉਹ ਸੁੱਟ ਕੇ ਵਾਪਸ ਆ ਗਿਆ ਸੀਗਾ। ਉਥੋਂ ਚੁੱਕ ਕੇ ਸਰਬਲੋ ਗ੍ਰੰਥ ਨੂੰ ਚੁੱਕ ਕੇ ਪਰ ਇਹ ਸਾਬਿਤ ਕਿੱਥੇ ਹੁੰਦਾ ਵੀ ਉਹਨੂੰ ਚੁੱਕਿਆ ਸੀ ਉੱਥੋਂ? ਨਹੀਂ, ਇਹ ਤਾਂ ਹੁਣ ਸਿਰਫ ਬਿਆਨ ਹੈ ਨਾ, ਇਹ ਤਾਂ ਬਿਆਨ ਹੀ ਹੈ। ਇਨਵੈਸਟੀਗੇਸ਼ਨ ਕਰੋ। ਇਹ ਤਾਂ ਦੂਸਰਾ ਪਾਕਿਸਤਾਨ ਨਹੀਂ, ਮੈਂ ਤਾਂ ਹੁਣ ਮੈਂ ਕਿਵੇਂ ਉਸ ਜਗ੍ਹਾ ਤੇ ਜਾ ਸਕਦਾ ਵੀ ਉੱਥੇ ਕੀ ਹੋਇਆ? ਸਾਡੀ ਤਾਂ ਰਿਪੋਰਟ ਹੀ ਹੈ ਨਾ, ਜੋ ਉਹਨੇ ਵਰਜਨ ਦਿੱਤੀ ਅਸੀਂ ਤੁਹਾਨੂੰ ਦੱਸ ਦਿੱਤੀ। ਢੰਡਰੇ ਵਾਲੇ ਨੇ ਵੀ ਲੋਕੀ ਜੀ ਇਹੀ ਕਿਹਾ ਇਹ ਬੇਅਦਬੀ ਹੋਈ ਨਹੀਂ, ਇਹ ਹਲੇ ਪ੍ਰੂਵ ਨਹੀਂ ਹੋਇਆ ਕਿ ਪੋਥੀ ਜਿਹੜੀ ਨਹੀਂ, ਇਸ ਤਰ੍ਹਾਂ ਹੈ ਕਿ ਸਪੋਜ਼ ਕੋਈ ਕ੍ਰਿਮੀਨਲ ਟ੍ਰਾਇਲ ਚੱਲਦਾ ਹੈ, ਉਹਦੇ 'ਚ ਵਿਟਨੈਸਿਸ ਹੀ ਹੁੰਦੇ ਨੇ ਨਾ। ਸੋ ਦੇਰ ਆਰ ਵਿਟਨੈਸਿਸ ਹੂ ਸੇ ਵਿਚ ਸੇ ਕਿ ਇਹ ਪੋਥੀ ਜਿਹੜੀ ਹੈ ਇੱਥੋਂ ਚੁੱਕ ਕੇ ਉੱਥੇ ਲੈ ਕੇ ਗਿਆ, ਐਂਡ ਉਹ ਆਪ ਜਿਹੜਾ ਹੈਗਾ ਡਿਸੀਜ਼ ਜਿਹੜਾ ਹੈਗਾ ਆਪਣਾ ਐਡਮਿਟ ਕਰ ਰਿਹਾ ਕ੍ਰਾਈਮ, ਉਹਨੇ ਰਿਕਵਰ ਕਰਾਈ ਸੁੱਟੀ ਹੋਈ। ਹੁਣ ਇੱਕ ਗ੍ਰੰਥ ਇੱਕ ਜਗ੍ਹਾ ਸੁਸ਼ੋਭਿਤ ਹੈਗਾ, ਉੱਥੋਂ ਚੁੱਕ ਕੇ ਲੈ ਕੇ ਜਾ ਕੇ ਜੇ ਕੋਈ ਬਾਹਰ ਰੱਖ ਦੇਵੇ, ਹੈ ਨਾ, ਸੁੱਟ ਦੇ ਕਹਿ ਲਓ ਜਾਂ ਰੱਖ ਲਓ ਕਹਿ ਲਓ, ਉਹ ਡੈਸਕ੍ਰੇਸ਼ਨ ਹੀ ਹੋਈ। ਉਹ ਕੋਈ ਪਾੜਨੀ ਜ਼ਰੂਰੀ ਥੋੜਾ ਹੁੰਦੀ ਹੈ। ਸ਼ੋਇੰਗ ਡਿਸਰਿਸਪੈਕਟ ਟੂ ਅ ਹੋਲੀ ਬੁੱਕ is good enough. It falls under 295A. ਉੱਤੇ ਪਰਚਾ ਵੀ ਪੁਲਿਸ, ਹਾਂ ਇਹ ਵੀ ਦੱਸ ਦਵਾਂ, ਸਰਾਜ ਸਾਹਿਬ ਨੇ ਕਿਹਾ ਸੀ ਸਾਰੀ ਪੁਰਾਣੀ ਗੱਲਾਂ ਨੇ। 295A ਦਾ ਪਰਚਾ ਵੀ ਹੋਇਆ, ਇਹ ਵੀ ਅਸੀਂ ਵਿੱਚ ਲਿਖਿਆ, ਪਰਚੇ ਦਾ ਨੰਬਰ ਵੀ ਦਿੱਤਾ। ਸੋ ਜੋ ਅਸੀਂ ਇਨਵੈਸਟੀਗੇਟ ਕਰ ਸਕੇ, ਅਸੀਂ ਜੋ ਸਾਨੂੰ ਹੈਗਾ, ਹੁਣ ਅਸੀਂ ਕਿਸਾਨ ਯੂਨੀਅਨ ਵਾਲਿਆਂ ਨੂੰ ਇਹ ਕਿਵੇਂ ਪੁੱਛ ਸਕਦੇ ਤੁਸੀਂ ਪਹਿਰਾ ਕਿਉਂ ਨਹੀਂ ਦਿੱਤਾ? ਬਟ ਓਵਰਆਲ ਸਮਾਜ ਵਿੱਚ ਇੱਕ ਮੈਸੇਜ ਹੈ ਕਿ ਆਪਣੇ ਹੱਥ ਵਿੱਚ ਕਾਨੂੰਨ ਲੈਣਾ ਐਜ਼ ਅ ਲਾਇਰ ਵੀ ਤੁਸੀਂ। ਮੈਂ ਤਾਂ ਕਹਿ ਰਿਹਾ, ਮੈਂ ਤਾਂ ਅਸੀਂ ਕਿਹਾ ਵੀ ਆਪਣੇ ਵੀ ਹਾਲਾਤ ਹੀ ਇਹੋ ਜਿਹੇ ਨਹੀਂ ਹੋਣੇ ਚਾਹੀਦੇ ਵੀ ਕੋਈ ਹੱਥ ਆਪਣੇ ਹੱਥ ਕਾਨੂੰਨ ਲਵੇ। ਪੈਰਾ 4 ਚ ਲਿਖੋ, ਪੈਰਾ 4 ਦੇਖੋ, the matter is not just limited to killing of Lakhbir Singh in a manner which cannot be justified as per law. ਸਾਡੇ ਆਪਣੇ ਵਰਡ we cannot। ਨਹੀਂ, ਇਹ ਤਾਂ ਸਾਡੇ ਇਸ ਤੋਂ ਬਾਅਦ ਅਮਨ ਦੇ ਬਿਆਨ ਆਏ ਨੇ ਵੀ ਉੱਥੇ ਜਦੋਂ ਮੈਂ ਤੋਮਰ ਦੇ ਕੋਲ ਗਿਆ ਤੇ ਮੈਨੂੰ ਪੈਸੇ ਆਫਰ ਕੀਤੇ ਗਏ ਤੇ ਤੂੰ ਛੱਡ ਦੇ। ਹੁਣ ਆਈ ਡੋਂਟ ਨੋ ਵੈਦਰ ਹੀ ਇਜ਼ ਟੈਲਿੰਗ ਲਾਈ ਔਰ ਹੀ ਇਜ਼ ਟੈਲਿੰਗ ਦ ਟਰੂਥ। ਹਾਂਜੀ ਸਰ।
ਮੇਰਾ ਇੱਕ ਕੁਐਸਚਨ ਹੈ, ਤੁਸੀਂ ਕਿਹਾ ਵੀ ਉੱਥੇ ਪੁਲਿਸ ਵਾਲੇ ਸੀਗੇ ਔਰ ਮੈਡੀਕਲ ਫੈਸਿਲਿਟੀ ਜਿਹੜੀ ਹੈ ਟਾਈਮ ਸਿਰ ਮਿਲ ਜਾਂਦੀ ਤੇ ਬਚ ਸਕਦਾ। ਸ਼ਾਇਦ ਲਖਵੀਰ ਦੀ ਜਿਹੜੀ ਡੈਥ ਹੈ ਉਹ ਨਾ ਹੁੰਦੀ, ਔਰ ਉਹਨਾਂ ਦਾ ਮਕਸਦ ਵੀ ਨਹੀਂ ਸੀਗਾ ਉਹਨੂੰ ਮਾਰਨਾ। ਪਰ ਜਿਹੜੀ ਰਿਪੋਰਟ ਹੋਈ ਹੈ, ਹਾਲਾਂਕਿ ਮੈਂ ਉੱਥੇ ਗਿਆ ਨਹੀਂ, ਪਰ ਜਿੰਨੀ ਮੈਂ ਪੜ੍ਹਿਆ ਉਸ 'ਚ ਇਹ ਸੀਗਾ ਵੀ ਜਿਸ ਟਾਈਮ ਪੁਲਿਸ ਉੱਥੇ ਚਲੀ ਗਈ ਉਸ ਤੋਂ ਬਾਅਦ ਕਈ ਘੰਟੇ ਤੱਕ ਉਹਨਾਂ ਨੂੰ ਡੈੱਡ ਬੋਡੀ ਤੱਕ ਜਿਹੜੀ ਹੈ ਲਿਜਾਣ ਨਹੀਂ ਦਿੱਤੀ ਗਈ। ਇਸ ਤਰ੍ਹਾਂ ਜੀ ਕਿ ਉਹ ਵੀਡੀਓ ਜਨਤਕ ਹੋਈ ਹੈ, ਪੁਲਿਸ ਵਾਲੇ 4 ਖੜੇ ਨੇ, ਮੈਂ ਵੀ ਦੇਖੀ ਹੈ, ਸਾਰਿਆਂ ਨੇ ਦੇਖੀ ਹੈ। ਉਹ ਬੰਦਾ ਕਹਿੰਦਾ ਵੀ ਮੈਨੂੰ ਮਾਰ ਦਿਓ, ਟੰਗਿਆ ਹੋਇਆ ਹੈ, ਪੁਲਿਸ ਵਾਲੇ ਕੋਲ ਖੜੇ ਨੇ। ਤੇ ਪੁਲਿਸ ਵਾਲੇ ਜੇ ਚੌਂਕੀ ਉਥੋਂ ਜੇ ਚੌਂਕੀ ਜਿਹੜਾ ਹੈਗਾ ਉਥੋਂ 50 ਕਦਮ ਤੇ ਚੌਂਕੀ ਹੈਗੀ ਹੈ, ਤੇ ਜੇ ਪੁਲਿਸ ਵਾਲੇ ਆਪਣੀ ਫੋਰਸ ਬੁਲਾ ਕੇ ਬੋਡੀ ਨਹੀਂ ਲੈ ਸਕਦੇ, ਤੇ ਇਹ ਤਾਂ ਹੁਣ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੇ ਲਈ। ਕੈਲਸ ਨੇਚਰ ਹੈ ਜਾਂ ਉਹ ਵੀ ਰਲੇ ਹੋਏ ਸੀਗੇ, ਕਿਉਂਕਿ ਕਨਸਪੀਰੇਸੀ ਤਾਂ ਕੋਈ ਹੈਗੀ ਹੈ ਨਾ। ਸੋ ਐਸੇ ਕਰਕੇ ਜਿਹੜਾ ਹੈਗਾ ਅਸੀਂ ਕਹਿੰਦੇ ਵੀ ਕਨਸਪੀਰੇਸੀ ਨੂੰ ਅਨਰੇਵਲ ਕੀਤਾ ਜਾਵੇ। Who allowed that person to come over there? Why they permitted them to do that act? Was that act done as an immediate reaction, or there was a larger conspiracy to let them do it? Because many times the intelligence agencies behave in a manner that they facilitate the crime. ਵੀ ਕੱਲ ਨੂੰ ਬਦਨਾਮੀ ਹੋਏਗੀ, ਐਸੇ ਬਹਾਨੇ ਨੂੰ ਉਠਾਵਾਂਗੇ, ਸੁਪਰੀਮ ਕੋਰਟ ਨੂੰ ਕਹਾਂਗੇ ਦੇਖੋ ਜੀ ਇਹ ਤਾਂ ਬੰਦੇ ਮਾਰਦੇ ਪਏ ਨੇ। ਸੋ ਕਿਸੇ ਨੂੰ ਕੁਝ ਪਤਾ ਨਹੀਂ, ਕੁਝ ਵੀ ਹੋ ਸਕਦਾ। ਅਸੀਂ ਪੰਜਾਬ ਸਰਕਾਰ, ਹੋਮ ਸੈਕਟਰੀ ਪੰਜਾਬ ਤੇ ਹੋਮ ਸੈਕਟਰੀ ਹਰਿਆਣਾ ਨੂੰ ਦੋਨੋਂ ਨੂੰ ਕੱਲ ਸਪੀਡ ਪੋਸਟ ਕਰਾਂਗੇ। ਜਿਹੜੇ ਲੋਕ ਇਨਵੈਸਟੀਗੇਸ਼ਨ ਚ ਜਿਹੜੀ ਪੁਲਿਸ ਹੈ ਉਹਨਾਂ ਦੇ ਅਧਿਕਾਰੀਆਂ ਨੂੰ ਮਿਲੇ ਫੋਨ ਦੀ ਗੱਲ ਹੋਈ ਹੈ, ਇਹ ਫੋਨ ਜਿਹੜਾ ਲਖਵੀਰ ਦਾ ਫੋਨ ਸੀਗਾ ਉਸ ਫੋਨ ਦੀ ਕੋਈ ਫੋਰੈਂਸਿਕ ਜਾਂ ਉਹਨਾਂ ਅਧਿਕਾਰੀਆਂ ਨੂੰ ਤੁਹਾਨੂੰ ਜਾਣਕਾਰੀ ਮਿਲੀ? ਲਖਬੀਰ ਕੋਲ ਕੋਈ ਫੋਨ ਨਹੀਂ ਸੀ, ਇਹ ਉਹਦੀ ਭੈਣ ਨੇ ਵੀ ਕਿਹਾ, ਲੇਕਿਨ ਲੋਕ ਇਹ ਕਹਿ ਰਹੇ ਨੇ ਕਿਸੇ ਸੰਧੂ ਦਾ ਫੋਨ ਆਂਦਾ ਸੀਗਾ। ਪੁਲਿਸ ਨੇ ਜਿਹੜੀ ਪੰਜਾਬ ਪੁਲਿਸ ਨੇ SIT ਬਣਾਈ ਹੈ ਉਹ ਐਸੇ ਕਰਕੇ ਬਣਾਈ ਹੈ ਵੀ ਫੋਨ ਤਾਂ ਉਹਦੇ ਕੋਲ ਸੀਗਾ ਨਹੀਂ। ਫਿਰ ਇਹ ਕਿਵੇਂ ਕਹਿ ਰਹੇ ਸੀ ਵੀ ਕਿਸੇ ਸੰਧੂ ਦਾ ਫੋਨ ਆ ਰਿਹਾ ਸੀ? ਮੈਂ ਇਹਨਾਂ ਬੰਦਿਆਂ ਨੂੰ ਪੁੱਛਿਆ ਵੀ ਉਹਦੇ ਕੋਲ ਕੋਈ ਫੋਨ ਸੀ, ਉਹਦੇ ਕੋਲ ਕੋਈ ਫੋਨ ਨਹੀਂ ਸੀ। ਤੁਸੀਂ ਕੁਝ ਪੁੱਛ ਰਹੇ ਭਾਰਦਵਾਜ ਜੀ? ਮੇਰਾ ਤਾਂ ਇੱਕ ਬੇਸਿਕ ਸਵਾਲ ਹੈ ਹਾਂਜੀ ਸਰ। ਕਿ ਕਿਸਾਨ 10 ਮਹੀਨੇ ਤੋਂ ਉੱਥੇ ਬੈਠੇ ਨੇ ਜਾਂ 11 ਮਹੀਨੇ, ਹਾਂਜੀ ਸਰ। ਉਹ ਇਹ ਕਹਿ ਰਹੇ ਨੇ ਕਿ ਸਾਨੂੰ ਇੰਟਰਨੈਸ਼ਨਲ ਸਪੋਰਟ ਇੰਡੀਆ ਦੇ ਵਿੱਚ ਸਾਰੇ ਵਰਗਾਂ ਦੀ ਸਪੋਰਟ ਸਾਨੂੰ ਮਿਲਦੀ ਹੈ, ਇਨਕਲੂਡਿੰਗ ਬਿਹਾਰ। ਜਿਸ ਵੇਲੇ ਤਾਂ ਉਹ ਸਪੋਰਟ ਦੀ ਗੱਲ ਕਰਦੇ ਆ, ਫਿਰ ਤਾਂ ਉਹ ਕ੍ਰੈਡਿਟ ਲੈਂਦੇ ਆ ਕਿ ਜੀ ਸਾਡਾ ਜਿਹੜਾ ਇਹ ਅੰਦੋਲਨ ਹੈ ਇਹ ਦੁਨੀਆ ਦੇ ਵਿੱਚੋਂ ਇੱਕ ਯੂਨੀਕ ਅੰਦੋਲਨ ਹੈ, ਟੌਪ ਤੇ ਗਿਆ ਅੰਦੋਲਨ ਹੈ। ਜਦੋਂ ਇਸ ਤਰ੍ਹਾਂ ਦਾ ਵਾਕਿਆ ਹੋ ਜਾਂਦਾ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ, ਜਾਂ ਇਹ ਕਹਿ ਲਓ ਉਹਨਾਂ ਦੇ ਕੈਂਪ ਦੇ ਨੇੜੇ, ਤਾਂ ਫਿਰ ਉਹ ਕਹਿੰਦੇ ਵੀ ਸਾਡਾ ਇਹਨਾਂ ਲੈਣਾ ਦੇਣਾ। ਇਹਦੇ ਤੇ ਤੁਹਾਡੇ ਕੀ ਕਮੈਂਟਸ ਹੈ ਲੀਗਲ? ਇਸ ਤਰ੍ਹਾਂ ਹੈ ਕਿ ਸਿਰਫ ਹਾਂਜੀ ਤੁਸੀਂ ਸੈਲਫ ਅਪਾਇੰਟਡ ਟੀਮ ਲੈ ਕੇ ਗਏ, ਨਾ ਕਿਸੇ ਗਵਰਨਮੈਂਟ ਨੇ ਕਿਹਾ ਭਾਰਦਵਾਜ ਜੀ, ਨਾ ਕਿਸੇ ਆਰਗੇਨਾਈਜੇਸ਼ਨ। ਭਾਰਦਵਾਜ ਜੀ ਇਸ ਤਰ੍ਹਾਂ ਹੈ, ਤੁਹਾਨੂੰ ਇੱਕ ਹੋਰ ਵੀ ਗੱਲ ਦੱਸਾਂਗੇ ਅਸੀਂ, ਜਿਹੜੀ ਅਸੀਂ ਅੱਜ ਤੱਕ ਕਲੇਮ ਨਹੀਂ ਕੀਤੀ। ਸੰਯੁਕਤ ਕਿਸਾਨ ਮੋਰਚਾ ਦਾ ਜਦੋਂ 26 ਤਰੀਕ ਦਾ ਵਾਕਿਆ ਹੁੰਦਾ, 26 ਜਨਵਰੀ ਦਾ, ਉਦੋਂ ਵੀ ਸੰਯੁਕਤ ਕਿਸਾਨ ਮੋਰਚਾ ਨੇ ਆਪਣਾ ਪੱਲਾ ਝਾੜਤਾ। ਲੇਕਿਨ ਅਸੀਂ ਚੰਡੀਗੜ੍ਹ ਤੋਂ ਆਪਣੇ ਵਕੀਲ ਭੇਜ ਕੇ ਜਿਹੜੀ ਰਕਾਬਗੰਜ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਹੋਈ ਉਹ ਅਸੀਂ ਅਰੇਂਜ ਕਰਾਈ। ਈਸ਼ਰ ਸਾਹਿਬ ਬੈਠੇ ਨੇ, ਇਹ ਵੀ ਉਸ ਪਾਰਟ ਦੇ ਟੀਮ ਸੀ। ਮੈਂ ਪਰਸਨਲੀ ਨਹੀਂ ਗਿਆ, ਲੇਕਿਨ ਇੱਥੋਂ ਸਰ ਹਾਕਮ ਸਿੰਘ ਐਡਵੋਕੇਟ ਤੇ ਹਰਿੰਦਰ ਸਿੰਘ, ਇਹ ਦੋਨੋਂ ਮੈਨੂੰ ਮਿਲ ਕੇ ਮੈਂ ਇਹਨਾਂ ਨੂੰ ਕਿਹਾ ਸੀ ਜਾਓ, ਯੰਗ ਬੰਦੇ ਹੋ ਕੇ ਆਓ। ਮੈਂ ਜਾ ਨਹੀਂ ਸਕਦਾ ਸੀਗਾ। ਇਹਨਾਂ ਨੇ ਮੈਂ ਸਰਸਾ ਹੋਰਾਂ ਨੂੰ ਕਹਿ ਕੇ ਉੱਥੇ ਰੂਮ ਬੁੱਕ ਕਰਾਇਆ। ਇਹਨਾਂ ਨੇ ਜਾ ਕੇ ਮੀਟਿੰਗ ਹੋਲਡ ਕੀਤੀ, 100 ਵਕੀਲਾਂ ਦੀ ਟੀਮ ਤਿਆਰ ਕੀਤੀ। ਉਹਨਾਂ 100 ਵਕੀਲਾਂ 'ਚੋਂ 300 ਵਕੀਲ ਬਣ ਗਏ। ਸਾਰੇ ਜਿਹੜੇ ਕੇਸ ਹੈ ਉਹ ਸਾਡੀ ਉਸ ਟੀਮ ਨੇ ਲੜੇ ਨੇ। ਅਸੀਂ ਤਾਂ ਕਦੀ ਕਲੇਮ ਨਹੀਂ ਕੀਤਾ। ਸੰਯੁਕਤ ਕਿਸਾਨ ਮੋਰਚਾ ਦੀ ਆਪਣੀ ਮੁਸ਼ਕਲਾਂ ਹੋ ਸਕਦੀਆਂ ਨੇ, ਭਾਂਤ-ਭਾਂਤ ਦੇ ਲੋਕ ਇਕੱਠੇ ਹੋਏ ਨੇ, ਲੇਕਿਨ ਅਸੀਂ ਉਹਨਾਂ ਦੇ ਹੱਕ 'ਚ ਹਾਂ। ਠੀਕ ਹੈ ਜੀ। ਅੱਜ ਵੀ ਉਹ ਪੱਲਾ ਝਾੜਨਗੇ ਤੇ ਕੱਲ ਵੀ ਉਹਨਾਂ ਨੇ ਪੱਲਾ ਝਾੜਿਆ, ਇਹ ਉਹਨਾਂ ਦੀ ਮਰਜ਼ੀ ਹੈ। ਲੇਕਿਨ ਜਿਹੜੇ ਨਿਹੰਗ ਸਿੰਘ ਹੈਗੇ ਨੇ ਤੇ ਲੋਕ ਉੱਥੇ ਫੀਲ ਕਰਦੇ ਨੇ ਵੀ ਜੇ 8 ਜਥੇ ਜਿਹੜੇ ਉੱਥੇ ਬੈਠੇ ਨੇ ਨਿਕਲ ਜਾਣ ਤੇ ਆਸ-ਪਾਸ ਦੇ ਗੁੰਡਿਆਂ ਨੇ ਉੱਥੋਂ ਫਾਰਮਰਜ਼ ਨੂੰ ਭਜਾ ਦੇਣਾ ਹੈ। ਐਸੇ ਕਰਕੇ ਇਹ ਇਨਸੀਡੈਂਟ ਕਰਵਾਏ ਜਾ ਰਹੇ ਨੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਿਹੰਗਾਂ ਨੂੰ ਉੱਥੋਂ ਭਜਾਈਏ। ਬਾਕੀ ਅਸੀਂ ਸਾਂਭ ਲਾਂਗੇ। ਮੇਰਾ ਸਵਾਲ ਜਿਹੜਾ ਬੇਸਿਕ ਸੀ, ਹਾਂਜੀ ਸਰ।
ਉਹ ਇਹ ਸੀ ਕਿ ਜਿਸ ਵੇਲੇ ਤਾਂ ਸਪੋਰਟ ਲੈਣੀ ਆ ਜਾਂ ਵਾਹਵਾ ਖੱਟਣੀ ਆ ਫਿਰ ਤਾਂ ਨਿਹੰਗ ਵੀ ਚੰਗੇ, ਸਾਰੇ ਚੰਗੇ। ਜਿਸ ਵੇਲੇ ਵਾਕਿਆ ਕਰਦੇ ਨੇ ਉਹੀ ਨਿਹੰਗ, ਉਹਨਾਂ ਨੂੰ ਤੁਸੀਂ ਵੀ ਕਹਿ ਦਿੱਤਾ ਕਿ ਜੀ ਗ੍ਰੇਵ ਪ੍ਰੋਵੋਕੇਸ਼ਨ ਦਾ ਇੱਕ ਪੁਆਇੰਟ ਹੈ। ਉਸ ਵੇਲੇ ਕਿਉਂ ਕਿਸਾਨ ਜਿਹੜੇ ਹੈਗੇ ਆ, ਜਿਹੜੇ ਆਪਣੇ ਆਪ ਨੂੰ ਬਹੁਤ ਸਮਝਦੇ ਹੈਗੇ ਆ ਔਰ ਹੈ ਵੀ, ਇਹ ਕੋਈ ਸ਼ੱਕ ਨਹੀਂ ਹੈ, ਇਸ ਤਰ੍ਹਾਂ ਅੰਦੋਲਨ ਚਲਾਉਣਾ ਬੜਾ ਮੁਸ਼ਕਲ ਹੁੰਦਾ, ਬਲਕਿ ਇੰਪੋਸੀਬਲ ਹੁੰਦਾ। ਉਸ ਵੇਲੇ ਉਹ ਪੱਲਾ ਝਾੜ ਲੈਂਦੇ ਆ। ਤੇ ਜਦੋਂ ਤੁਹਾਡੇ ਵਰਗੇ ਲੀਗਲ ਲੂਮੀਨਰੀਜ਼ ਉੱਥੇ ਜਾ ਕੇ ਇਨਵੈਸਟੀਗੇਟ ਕਰਦੇ ਆ ਤਾਂ ਤੁਹਾਡਾ ਇੱਕ ਇਸ਼ਾਰਾ ਜਿਹੜਾ ਹੈਗਾ ਉਹ ਗਵਰਨਮੈਂਟ ਦੇ ਖਿਲਾਫ, ਬੀਜੇਪੀ ਦੇ ਖਿਲਾਫ ਜਾਂ ਦੂਸਰਿਆਂ ਦੇ ਖਿਲਾਫ ਹੋ ਜਾਂਦਾ, ਜਿਹੜੇ ਕਿ ਉਸ ਕਿਸਾਨ ਅੰਦੋਲਨ ਦੇ ਹਲਕਾ ਜਿਹਾ ਵਿਰੋਧ ਦੇ। ਬਿਲਕੁਲ ਹੈਗਾ। ਇਹ ਕਿਉਂ ਹੋਇਆ? ਕਿ ਤੁਸੀਂ ਇਹਦੇ ਵਿੱਚ ਮੀਡੀਏਟ ਕਰਕੇ ਉਹਨਾਂ ਕਿਸਾਨਾਂ ਨੂੰ ਨਹੀਂ ਮਾੜਾ ਮੋਟਾ ਸਮਝਾ ਸਕਦੇ ਕਿ ਭਾਈ ਇਹ ਮਸਲਾ ਕੀ ਹੈ? ਭਾਰਦਵਾਜ ਜੀ, ਇਹਨੂੰ ਸੋਲੂਸ਼ਨ ਦੇ ਐਂਡ ਤੇ ਲਿਆਂਦਾ ਜਾਏ। ਇੰਨੀ ਪੰਜਾਬ ਦੀ ਇਕਨੋਮੀ ਤਬਾਹ ਹੋ ਚੁੱਕੀ ਹੈ। ਪਹਿਲਾਂ ਟੈਰੋਰਿਜ਼ਮ ਵੇਲੇ ਉਸ ਦਾ 20-25 ਸਾਲ ਕਿੰਨਾ ਅਸਰ ਰਿਹਾ, ਬੁਰਾ ਅਸਰ ਰਿਹਾ। ਔਰ ਹੁਣ ਇਸ ਅੰਦੋਲਨ ਦੇ ਨਾਲ ਆਉਣ ਵਾਲੇ 20-25 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਇਨਵੈਸਟਮੈਂਟ ਕੋਈ ਨਹੀਂ, ਮਾਹੌਲ ਇਦਾਂ ਦਾ। ਇਸ ਤਰ੍ਹਾਂ ਹੈ ਕਿ ਤੁਹਾਡੇ ਜਿਹੜੇ ਸਵਾਲ ਨੇ ਬੜੇ ਰੈਲੇਵੈਂਟ ਤੇ ਪਰਟੀਨੈਂਟ ਹੈਗੇ ਨੇ, ਲੇਕਿਨ ਜਵਾਬ ਤਾਂ ਹੁਣ ਕਿਸਾਨ ਯੂਨੀਅਨ ਵਾਲੇ ਹੀ ਦੇ ਸਕਦੇ ਨੇ। ਮੈਂ ਉਹਨਾਂ ਤੇ ਕੋਈ ਕਮੈਂਟ ਕਰਾਂ ਚੰਗਾ ਨਹੀਂ ਹੋਏਗਾ। ਤੁਸੀਂ ਵੀ ਡਰਦੇ ਹੋ? ਨਹੀਂ, ਮੈਂ ਡਰਦਾ ਕਿਸੇ ਤੋਂ ਨਹੀਂ। ਉਹਨਾਂ ਨੇ ਸਾਨੂੰ ਰੈਕਗਨਾਈਜ਼ ਨਹੀਂ ਕੀਤੀ, ਲੇਕਿਨ ਅਸੀਂ ਸਾਰੇ ਵਕੀਲਾਂ ਨੇ ਸੇਵਾ ਕੀਤੀ। ਕਰਨਾਲ ਦਾ ਜਿਹੜਾ ਲਾਠੀਚਾਰਜ ਦਾ ਕੇਸ ਹੈ ਉਹ ਮੈਂ ਫ੍ਰੀ ਕੀਤਾ। ਮੇਰੇ ਕੋਲ ਲੋਕ ਆਏ ਨੇ। ਜਿਹੜਾ ਪੰਦੇਰ ਹੋਰਾਂ ਦੇ ਤੰਬੂਆਂ ਨੂੰ ਅੱਗ ਲੱਗੀ, ਉਹ ਸਾਰਾ ਅਸੀਂ ਇਨਵੈਸਟੀਗੇਟ ਕਰਕੇ ਐਵੀਡੈਂਸ ਇਕੱਠਾ ਕਰਕੇ ਉਹ ਮੈਂ ਦਿੱਲੀ ਹਾਈ ਕੋਰਟ ਫਾਈਲ ਕਰਾਇਆ। ਮੈਂ ਕੋਈ ਕਲੇਮ ਨਹੀਂ ਕੀਤਾ। ਤੁਹਾਨੂੰ ਕੋਈ ਪ੍ਰੈਸ ਕਾਨਫਰੰਸ ਮੈਂ ਕੀਤੀ? ਸਾਡੇ ਸੈਂਕੜੇ ਵਕੀਲਾਂ ਨੇ ਸੇਵਾ ਕੀਤੀ ਹੈ। ਭਾਵੇਂ ਸਰਸਾ ਸਾਹਿਬ ਇਹਨੂੰ ਰੈਕਗਨੀਸ਼ਨ ਲੈ ਲੈਣ, ਭਾਵੇਂ ਕਿਸਾਨ ਯੂਨੀਅਨ ਲੈ ਲਵੇ। ਅਸੀਂ ਚਾਹੁੰਦੇ ਨਹੀਂ ਆ ਵੀ ਕੋਈ ਇੰਟਰਸੀ ਫਾਈਟ ਸ਼ੁਰੂ ਹੋਵੇ। ਕੱਲ ਨੂੰ ਇਹ ਕਹਿਣ ਜੀ ਸਾਡਾ ਮੋਰਚਾ ਇਸ ਕਰਕੇ ਖਰਾਬ ਹੋ ਗਿਆ ਜੀ ਕਿ ਵਕੀਲਾਂ ਨੇ ਸਾਡੇ ਖਿਲਾਫ ਬਿਆਨ ਦਿੱਤਾ। ਇਹ ਕਰੀ ਜਾਣ ਜੋ ਕਰਦੇ ਨੇ, ਅਸੀਂ ਇਹਨਾਂ ਦਾ ਸਾਥ ਦੇਵਾਂਗੇ। ਅਸੀਂ ਕੋਈ ਵੀ ਮੌਕਾ ਨਹੀਂ ਦੇਵਾਂਗੇ ਕਿ ਇਹਨਾਂ ਦੇ ਮੋਰਚੇ ਨੂੰ ਢਾਹ ਲੱਗੇ, ਲੇਕਿਨ ਲੋਕ ਸਭ ਜਾਣਦੇ ਨੇ। ਸਰ ਮੇਰਾ ਸਵਾਲ ਹੈ, ਦੇਖੋ ਇੱਕ ਮਿੰਟ ਸਰ, ਦੇਖੋ ਸਰ ਤੁਹਾਡੀ ਇਸ ਵੇਲੇ ਜਿਹੜੀ ਪੋਜੀਸ਼ਨ ਹੈ ਜਾਂ ਸਟੇਟਸ ਹੈ ਜਾਂ ਤੁਹਾਡਾ ਥਾਟ ਹੈ, ਉਹ ਕੰਟਰੀ ਦੇ, ਪੰਜਾਬ ਦੇ ਖੇਤੀ ਵਾਸਤੇ, ਲੋਕਾਂ ਦੀ ਖੇਤੀ ਵਾਸਤੇ, ਕਿ ਤੁਸੀਂ ਕਿਸੇ ਤਰੀਕੇ ਦੇ ਨਾਲ ਹਿੰਮਤ ਕਰਕੇ ਜਾਂ ਆਪਣਾ ਥੋੜਾ ਜਿਹਾ ਸੋਚ ਕੇ ਕਿ ਇਹ ਹੱਲ ਕਰਵਾ ਨਹੀਂ ਸਕਦੇ? ਪੋਜੀਸ਼ਨ ਦੇਖੋ। ਉਹ ਸਰ ਬਿਨਾ ਕੋਈ ਮੰਗੇ ਰਾਏ ਦਿਓ ਨਾ ਤੇ ਉਹਦੀ ਕੀਮਤ ਕੋਈ ਨਹੀਂ ਹੁੰਦੀ। ਤੁਸੀਂ ਉੱਥੇ ਸਾਨੂੰ ਕੋਈ ਕਰਨ ਜਾਣੇ ਆ, ਜਾਣ ਵਾਸਤੇ ਬਿਨਾਂ ਮੰਗੀ ਰਾਏ ਦੇ ਗਏ ਹੋ। ਇਹ ਤਾਂ ਫਿਰ ਸਾਡੀ ਭੈੜੀਆਂ ਆਦਤਾਂ ਨੇ, ਅਸੀਂ ਕੀ ਕਰੀ ਦੱਸੋ? ਸਾਡੇ ਅੰਦਰ ਕੀੜਾ ਹੈ। ਅਸੀਂ ਉਹ ਕੀੜਾ ਲੈ ਕੇ ਕਦੀ ਜਾ ਕੇ ਸ਼ਾਰਜਾ ਦੇ ਕੇਸ ਲੜਾਨੇ ਆ। 2010 ਸਾਨੂੰ ਕਿਹੜਾ ਕਿਸੇ ਨੇ ਬੁਲਾਇਆ ਸੀ? ਹੋਰ ਇਨਵੈਸਟੀਗੇਸ਼ਨ ਹੋਊਗੀ ਇਸ ਦੇ ਉੱਤੇ ਕਿ ਅਜੇ ਫਾਈਨਲ ਤੁਸੀਂ ਸਬਮਿਟ ਕਰ ਦੋਗੇ ਰਿਪੋਰਟ? ਕਿਉਂਕਿ ਅੱਗੇ ਜਿਵੇਂ ਹੁਣ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਉਹਦੇ ਤੇ ਕਰੋਗੇ ਤੁਸੀਂ? ਨਹੀਂ, ਅਸੀਂ ਕੋਈ ਮਸਲਾ ਹੋਏਗਾ ਤੇ ਜ਼ਰੂਰ ਕਰਾਂਗੇ। ਬਾਕੀ ਇਸ ਤਰ੍ਹਾਂ ਹੈ ਕਿ ਜਿਹੜੀਆਂ ਨਿਊਜ਼ਪੇਪਰਸ ਨੇ ਉਹ ਰੋਜ਼ ਨਵੀਂ ਗੱਲ ਰਿਵੀਲ ਕਰ ਰਹੇ ਨੇ। ਕੋਈ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਪੈਣੀ। ਪੰਜਾਬ ਸਰਕਾਰ ਨੇ SIT ਬਣਾਤੀ ਹੈ, ਉਹ ਹੋ ਸਕਦਾ FIR ਵੀ ਰਜਿਸਟਰ ਕਰ ਦੇਣ। ਜਿਹੜੇ ਕੁਝ ਬੰਦੇ ਇਹਦੇ 'ਚ ਇਨਵੋਲਵਮੈਂਟ ਹੈਗੀ ਹੈ, ਉਹਨਾਂ ਨੂੰ ਸ਼ੱਕ ਹੈਗਾ, ਖਬਰਾਂ ਅਖਬਾਰਾਂ ਦੀਆਂ ਬੋਲਦੀਆਂ ਪਈਆਂ, ਤਫਤੀਸ਼ ਹੋਏਗੀ, ਸਾਹਮਣੇ ਆ ਜਾਏਗੀ। ਉਹ ਇਨਵੈਸਟੀਗੇਸ਼ਨ ਜਿਹੜੀ ਹੈ ਨਾ, ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਅਸੀਂ ਕਰ ਨਹੀਂ ਸਕਦੇ। ਹੁਣ ਸਾਡੇ ਕੋਲ ਕੀ ਡਾਟਾ ਕਿਸੇ ਦੇ ਬੰਦੇ ਬਾਰੇ? ਉੱਥੇ ਬੈਠਿਆ ਉਹਨਾਂ ਨੇ DGP ਤੋਂ ਡਾਟਾ ਮੰਗਾ ਲੈਣਾ, ਹਰੇਕ ਬੰਦੇ ਦਾ ਚਿੱਠਾ ਆ ਜਾਣਾ। ਸਰ ਜਿੰਨੀ ਰਿਪੋਰਟ ਮੈਂ ਇਹਨੂੰ ਨਾਲ ਹੁਣ ਤੱਕ ਜਿੰਨਾ ਟਾਈਮ ਮਿਲਿਆ ਬੜੀ ਉਹਦੇ ਵਿੱਚ ਮੈਨੂੰ ਇਹ ਲੱਗਿਆ ਦੇ ਵਿੱਚ ਪੱਖ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦਾ ਮਿਸਿੰਗ ਆ। ਨਹੀਂ, ਕਿਸਾਨ ਜਥੇਬੰਦੀਆਂ ਇਹਦੇ 'ਚ ਇਨਵੋਲਵਡ ਹੀ ਨਹੀਂ ਹੈਗੀਆਂ। ਉਹਨਾਂ ਨੇ ਤਾਂ ਕਹਿਤਾ ਸਾਡਾ ਤਲਕ ਹੀ ਕੋਈ ਨਹੀਂ। ਸਵਾਲ ਹੈ, ਇਹਦੀ ਵੱਡੀ ਘਟਨਾ ਹੋ ਜਾਂਦੀ ਹੈ, ਕਿਸਾਨ ਜਥੇਬੰਦੀਆਂ ਦਾ ਪੱਖ ਇੱਥੇ ਵੀ ਹੋਣਾ ਚਾਹੀਦਾ। ਕਿਸਾਨ ਜਥੇਬੰਦੀਆਂ ਦੇ ਹੱਕ 'ਚ ਹੀ ਇਹ ਰਿਪੋਰਟ ਸਾਰੀ ਹੈਗੀ ਹੈ। ਲੇਕਿਨ ਕਿਸਾਨ ਜਥੇਬੰਦੀਆਂ ਦੇ ਜੇ ਮੈਂ ਖਿਲਾਫ ਰਿਪੋਰਟ ਦੇ ਰਿਹਾ ਹੁੰਦਾ ਤੇ ਮੈਂ ਜ਼ਰੂਰ ਉਹਨਾਂ ਨੂੰ ਪੁੱਛਦਾ। ਪਰ ਉਹਨਾਂ ਦਾ ਮੇਰੇ ਨਾਲ ਪੱਖ ਉਹਨਾਂ ਦਾ ਜ਼ਰੂਰ ਹੋਣਾ ਚਾਹੀਦਾ। ਉਹਨਾਂ ਦਾ ਕੀ ਕਹਿਣਾ ਇਸ ਰਿਪੋਰਟ ਨੂੰ? ਤੁਸੀਂ ਇਹ ਰਿਪੋਰਟ ਉਹਨਾਂ ਨੂੰ ਭੇਜੋ ਤੇ ਉਹਨਾਂ ਦਾ ਪੱਖ ਲੈ ਲਓ, ਛਾਪ ਦੇਣਾ। ਪਰ ਤੁਸੀਂ ਤੁਹਾਡੀ ਚਲੋ ਗੱਲ ਤਾਂ ਉੱਥੇ ਆ ਗਈ ਨਾ, ਜੋ ਭਾਰਤ ਇਹਨਾਂ ਨੇ ਸਾਹਮਣੇ ਗਈ ਹੈ, ਭਾਰਤ ਵਾਲੇ ਤੁਸੀਂ ਖੁਦ ਗਏ ਹੋ, ਪਰ ਉੱਥੇ ਕਿਹੜਾ ਬਣਿਆ ਉਹਨਾਂ ਦਾ ਇੱਕ ਪੱਖ ਲੈਣਾ ਬਣਦਾ ਸੀ।
ਉਹਨਾਂ ਨੇ ਆਪਣਾ ਪੱਖ ਦੇ ਦਿੱਤਾ ਵੀ ਸਾਡਾ ਕੋਈ ਤਲਕ ਹੀ ਨਹੀਂ ਨਿਹੰਗ ਜਥੇਬੰਦੀਆਂ ਨੂੰ ਪੱਖ ਹੀ ਲੈਣ ਜਾਵਾਂਗਾ। ਲਾਸਟ ਸਵਾਲ ਹੁਣ ਰਿਫਿਊਜ਼ ਕਰਨਾ ਸੀ ਬਣਾਈ ਹੈ ਅੱਗੇ ਕਿਆ ਕੋਈ ਹਾਈ ਕੋਰਟ ਵਿੱਚ ਕੋਈ ਪਟੀਸ਼ਨ ਫਾਈਲ ਕਰਨ ਤੋਂ ਨਹੀਂ, ਕੋਈ ਹਾਈ ਕੋਰਟ ਪਟੀਸ਼ਨ ਨਹੀਂ ਫਾਈਲ ਕਰਾਂਗੇ। ਅਸੀਂ ਕਿਹਾ ਵੀ ਉਹ ਬਈ ਪਰਿਵਾਰ ਨੂੰ ਕੰਪਨਸੇਟ ਕਰੋ, ਨਿਹੰਗਾਂ ਨੂੰ ਲੀਗਲ ਏਡ ਮਿਲਣੀ ਚਾਹੀਦੀ, ਉਹ ਹਰੇਕ ਨੂੰ ਮਿਲਣੀ, ਉਹ ਹਰੇਕ ਦਾ ਰਾਈਟ ਹੈ। ਅੱਜ ਤੱਕ ਵੀ ਕੇਸ ਲੜਦੇ ਆ ਨਿਹੰਗ ਸਿੰਘ ਨੂੰ ਤੁਸੀਂ ਲੀਗਲੀ ਹੈਲਪ ਕਰੋਗੇ ਕੋਈ ਉਹਨਾਂ ਦੇ ਕੇਸ ਵਗੈਰਾ? ਨਹੀਂ, ਸਾਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ, ਸਾਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ। ਅਸੀਂ ਬੀਇੰਗ ਅ ਹਿਊਮਨ ਰਾਈਟ ਐਕਟਿਵਿਸਟ, ਜੇ ਮੈਨੂੰ ਕਸਾਬ ਆਪਣਾ ਵਕੀਲ ਕਰ ਲੈਂਦਾ ਮੈਂ ਉਹਦਾ ਵੀ ਬਣ ਜਾਣਾ ਸੀ। ਮੈਂ ਤਾਂ ਕਿਹਾ ਐਵਰੀਬਾਡੀ ਹੈਜ਼ ਅ ਰਾਈਟ ਟੂ ਅ ਲਾਇਰ, ਹੀ ਮਸਟ ਬੀ ਪ੍ਰੋਵਾਈਡਡ ਵਿਦ ਅ ਲਾਇਰ। ਸਰ, ਇੱਕ ਐਲੀਗੇਸ਼ਨ ਆ ਰਿਹਾ ਨਿਹੰਗ ਸਿੰਘਾਂ ਦੇ ਉੱਤੇ ਕਿ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਹਾਡਾ ਤੁਸੀਂ ਰਿਲੀਜੀਅਸ ਬੋਡੀ ਹੋ, ਉੱਥੇ ਕਿਸਾਨਾਂ ਦਾ ਇਸ਼ੂ ਚੱਲ ਰਿਹਾ, ਤੁਸੀਂ ਉੱਥੇ ਕਿਉਂ ਗਏ? ਤਾਂ ਤੁਸੀਂ ਇਸ ਸਵਾਲ ਨੂੰ ਪੁੱਛਿਆ ਤਾਂ ਉਹਨਾਂ ਨੇ ਕੀ ਉਹ ਤਾਂ ਕਹਿੰਦੇ ਅਸੀਂ ਕਿਸਾਨਾਂ ਦੀ ਸਿਕਿਉਰਿਟੀ ਲਈ ਬੈਠੇ ਹਾਂ, ਵੀ ਅਸੀਂ ਜਿੱਦਣ ਚਲੇ ਗਏ ਆ ਜਿਹੜੇ ਆਸ-ਪਾਸ ਦੇ ਗਲੀ ਮਹੱਲੇ ਵਾਲੇ ਆ ਇਹਨਾਂ ਨੇ ਪੈ ਜਾਣਾ, ਇਹਨਾਂ ਨੂੰ ਪਤਾ ਚੱਲ ਜੂ ਕਿਸਾਨਾਂ ਨੂੰ। ਸਰ ਇਹ ਹੋ ਵੀ ਚੁੱਕਿਆ 29 ਜਨਵਰੀ ਨੂੰ ਹੋ ਚੁੱਕੇ ਆ, ਇਨਸੀਡੈਂਟ ਹੋ ਚੁੱਕੇ ਨੇ ਵੀ। ਹਾਂ, ਉਹਨੇ ਤੰਬੂਆਂ ਨੂੰ ਆ ਕੇ ਲੋਕਲ ਗੂੰਜ ਨਹੀਂ ਲਗਾਏ ਸੀਗੇ। ਜੇ ਨਿਹੰਗ ਸਿੰਘ ਨਾ ਹੁੰਦੇ ਤੇ ਉੱਥੇ ਟਿਕ ਨਹੀਂ ਸਕਦੇ।